ਦਰਮਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਤੁਮ ਧਨ ਧਨੀ ਉਦਾਰ ਤਿਆਗੀ ਸ਼ਰਵਨਨ ਸੁਣੀਐਸ ਸੋ ਜਸ ਤੁਮਾਰ ਮੰਗੋ ਕਾਹੇ ਰੰਕ ਸਭ ਦੇਖੋਂ ਤੁਝ ਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਪਈ ਅਪਾਰ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਦਰਸ਼ਨ ਪਿਆਸੀ ਦਿਨ ਰਾਤ ਚਿਤਵਾਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲਿਆ ਨਾਨਕ ਹਰ ਸੰਗ ਮੀਤ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨ ਨਾ ਸਕੋਂ ਤੂੰ ਠਾਕੁਰ ਭਗਵਾਨਾ ਦੋਏ ਕਰ ਜੋੜ ਮੰਗੋ ਇਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਬਦ ਬਖਤ ਹਮ ਚੂ ਬਾਖੀਲ ਗਾਫਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚੱਕਰਾ ਪਖਾ ਕੋ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀ ਬਸੰਤ ਮਹਿਲਾ ਪਹਿਲਾ ਅਸ਼ਟਪਦੀਆਂ ਘਰ ਪਹਿਲਾ
ਦੋ ਤੁਕੀਆਂ ਇਕ ਓੰਕਾਰ ਸਤ ਗੁਰ ਪ੍ਰਸਾਦ ਜਗ ਕਊਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਭੀਤ ਮਨੁਆ ਡੋਲੇ ਚੀਤ ਅਨੀਤ ਜਗ ਸਿਉ ਟੂਟੀ ਝੂਠ ਪ੍ਰੀਤ ਜਗ ਕਊਆ ਨਾਮ ਨਹੀਂ ਚੀਤ ਨਾਮ ਵਿਸਾਰ ਗਿਰੈ ਦੇਖ ਭੀਤ ਮਨੁਆ ਡੋਲੇ ਚੀਤ ਅਨੀਤ ਜਗ ਸਿਉ ਟੂਟੀ ਝੂਠ ਪ੍ਰੀਤ ਕਾਮ ਕ੍ਰੋਧ ਬਿਖ ਬੱਜਰ ਭਾਰ ਨਾਮ ਬਿਨਾ ਕੈਸੇ ਗੁਣ ਚਾਰ ਰਹਾਉ ਘਰ ਬਾਲੂ ਕਾ ਘੁਮਨ ਘੇਰ ਬਰਖਸ ਬਾਣੀ ਬੁੱਧ ਬੁਦਾ ਹੇਰ ਮਾਤਰ ਬੂੰਦ ਤੇ ਧਰ ਚੱਕ ਫੇਰ ਸਰਬ ਜੋਤ ਨਾਮੈ ਕੀ ਚੇਰ ਸਰਬ ਪਾਏ ਗੁਰੂ ਸਿਰ ਮੋਰ ਭਗਤ ਕਰਉ ਪਗ ਲਾਗਉ ਤੋਰ ਨਾਮ ਰਤੋ ਚਾਹਉ ਤੁਝ ਔਰ ਨਾਮ ਦੁਰਾਏ ਚੱਲੈ ਸੋ ਚੋਰ ਪਤ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਉ ਘਰ ਜਾਏ ਜੋ ਕਿਛ ਕੀਨਸ ਪ੍ਰਭ ਰਜ਼ਾਏ ਭੈ ਮਾਨੈ ਨਿਰਭਉ ਮੇਰੀ ਮਾਇ ਪਤ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਤ ਸਿਉ ਘਰ ਜਾਏ ਜੋ ਕਿਛ ਕੀਨਸ ਪ੍ਰਭ ਰਜ਼ਾਏ ਭੈ ਮਾਨੈ ਨਿਰਭਉ ਮੇਰੀ ਮਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਰਹਿਮਤਾਂ ਦੇ ਸਾਗਰ ਬਖਸ਼ਿਸ਼ਾਂ ਦੇ ਭੰਡਾਰ ਸਰਬ ਸਾਂਝੀ ਵਾਲਤਾ ਦੇ ਪੈਗੰਬਰ
ਮਨੁੱਖਤਾ ਦੇ ਰਹਿਬਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਚਰਨ ਕਮਲਾਂ ਪਾਸ ਸੁਭਾਈਮਾਨ ਹੋਏ ਬੈਠੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ ਵਡ ਭਾਗੇ ਹਾਂ। ਜਿਨ੍ਹਾਂ ਨੂੰ ਜ਼ਾਹਰ ਪੀਰ ਜਗਤ ਗੁਰ ਬਾਬਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਅਸਥਾਨ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸਤਿਗੁਰੂ ਦੀ ਨਿੱਘੀ ਗੋਦ ਦਾ ਆਨੰਦ ਮਾਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਸਵਾਰਿਆਂ ਤੋਂ ਨਿਤਨੇਮ ਬਾਣੀਆਂ ਦੇ ਪਾਠ ਉਪਰੰਤ ਆਸਾ ਕੀ ਵਾਰ ਦਾ ਰਸ ਭਿੰਨਾ ਕੀਰਤਨ ਸ਼ਰਵਣ ਕੀਤਾ ਹੈ। ਉਪਰੰਤ ਜੋ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਬਦ ਵਿਚਾਰ ਚੱਲ ਰਹੀ ਹੈ, ਉਹਦੇ ਤਹਿਤ ਅੱਜ ਸਿੱਖ ਧਰਮ ਦੇ ਬਾਨੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਰਾਗ ਬਸੰਤ ਦੇ ਅੰਦਰ ਅਸ਼ਟਪਦੀ ਦੇ ਪਹਿਲੇ 4 ਪਦਿਆਂ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1187 ਦੇ ਉੱਪਰ ਸੁਭਾਈਮਾਨ ਸਤਿਗੁਰੂ ਇਹਨਾਂ ਆਪਣੇ ਪਾਵਨ ਬਚਨਾਂ ਦੀ ਵਿਚਾਰ ਨਿਰੋਲ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਕਰਵਾ ਲੈਣ। ਬਖਸ਼ੋ ਅਸੀਸ ਸਰਬੱਤ ਸੰਗਤ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਇਕਾਗਰਤਾ ਦੇ ਲਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਾਉ ਵਾਲੀ ਪੰਕਤੀ 'ਚ ਬਖਸ਼ਿਸ਼ ਕੀਤੀ ਹੈ। ਕਾਮ ਕ੍ਰੋਧ ਬਿਖ ਬੱਜ਼ਰ ਭਾਰ ਨਾਮ ਬਿਨਾ ਕੈਸੇ ਗੁਣ ਚਾਰ। ਹਜ਼ੂਰ ਕਹਿੰਦੇ ਕਾਮ ਤੇ ਕ੍ਰੋਧ ਇਹ ਜ਼ਹਿਰ ਹਨ ਔਰ ਇਹ ਬਹੁਤ ਮਾੜਾ ਜਾਂ ਬੱਜ਼ਰ ਪਾਪ ਹੈ। ਜੋ ਬੰਦਾ ਇਹਨੂੰ ਆਪਣੇ ਨਾਲ ਚੁੱਕੀ ਫਿਰਦਾ, ਕਾਮ ਤੇ ਕ੍ਰੋਧ ਇਹ ਜ਼ਹਿਰ ਹੈ ਔਰ ਇਹ ਭਾਰ ਹੈ ਬੱਜ਼ਰ ਭਾਰ ਜਿਹੜਾ ਬੰਦਾ ਆਪਣੇ ਨਾਲ ਲਈ ਫਿਰਦਾ ਹੈ। ਨਾਮ ਬਿਨਾ ਕੈਸੇ ਗੁਣ ਚਾਰ। ਤੇ ਕਹਿੰਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਜਿਹੜੇ ਚੰਗੇ ਗੁਣ ਨੇ ਉਹ ਕਿਵੇਂ ਹਾਸਲ ਹੋ ਸਕਦੇ ਨੇ। ਨਾਮ ਤੋਂ ਬਿਨਾ ਉਹਦੇ ਸੁੰਦਰ ਗੁਣ ਇਸ ਮਨ ਵਿੱਚ ਨਹੀਂ ਵਸਣਗੇ ਜੇਕਰ ਕਾਮ ਕ੍ਰੋਧ ਬਿਖ ਬੱਜ਼ਰ ਭਾਰ। ਹਜ਼ੂਰ ਨੇ ਜਦੋਂ ਗੁਰਬਾਣੀ ਦੇ ਵਿੱਚ ਗੱਲ ਕੀਤੀ ਹੈ, ਹਜ਼ੂਰ ਕਹਿੰਦੇ ਕਾਮ ਕ੍ਰੋਧ ਕਾਇਆ ਕਉ ਗਾਲੈ ਜਿਉ ਕੰਚਨ ਸੁਹਾਗਾ ਢਾਲੈ। ਇਹ ਕਾਮ ਤੇ ਕ੍ਰੋਧ ਹਜ਼ੂਰ ਕਹਿੰਦੇ ਇਹ ਕਾਇਆ ਨੂੰ ਗਾਲ ਦਿੰਦਾ, ਖਤਮ ਕਰ ਦਿੰਦਾ। ਜਿਉ ਕੰਚਨ ਸੁਹਾਗਾ ਢਾਲੈ। ਇਸ ਕਰਕੇ ਹਜ਼ੂਰ ਕਹਿੰਦੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ। ਆਪਣੀ ਵਿਧ ਆਪ ਜਣਾਵੋ ਹਰ ਜਨ ਮੰਗਲ ਗਾਵੋ। ਬਿਸਰ ਨਾਹੀ ਕਬਹੂ ਹੀ ਹੇਤੇ ਇਹ ਵਿਦ ਮਨ ਮੈਂ ਪਾਵਾਂ। ਮੇਰੇ ਤੇ ਕਿਰਪਾ ਕਰ ਵੀ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹਨਾਂ ਵਿਕਾਰਾਂ ਤੋਂ
ਮੈਨੂੰ ਮੇਰੇ ਮਾਲਕਾ ਤੂੰ ਆਪ ਛਡਾ। ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਮੇਰੇ ਅੰਦਰੋਂ ਇਹਨਾਂ ਨੂੰ ਬਾਹਰ ਕੱਢ ਕੇ ਸੁੱਟ, ਆਪਣੀ ਵਿਦ ਆਪ ਜਣਾਵੋ। ਹਰ ਜਨ ਮੰਗਲ ਗਾਵੋ, ਮੈਂ ਤੇਰੇ ਗੁਣਾਂ ਨੂੰ ਗਾਵਾਂ। ਔਰ ਕਿਰਪਾ ਕਰਕੇ ਮਾਲਕ ਜੀ ਮੈਨੂੰ ਇਹ ਜਿਹੜੀ ਵਿਦ, ਇਹ ਜੁਗਤੀ ਜਾਂ ਢੰਗ ਤਰੀਕਾ ਦੱਸੋ। ਇਸ ਕਰਕੇ ਬਿਸਰ ਨਾਹੀ ਕਬਹੂ ਹੀ ਇਹ ਤੇ, ਇਹ ਵਿਦ ਮਨ ਮੈਂ ਪਾਵਾਂ। ਮੇਰੇ ਹਿਰਦੇ ਚੋਂ ਤੇਰਾ ਨਾਮ ਨਾ ਬਿਸਰੇ। ਇਹ ਮੈਨੂੰ ਅਕਲ, ਇਹ ਮੈਨੂੰ ਸਮੱਤ ਮੇਰੇ ਮਾਲਕਾ ਤੂੰ ਦੇ। ਹਜ਼ੂਰ ਕਹਿੰਦੇ ਕਾਮ ਕ੍ਰੋਧ ਬਿਖ ਬੱਜਰ ਭਾਰ। ਕਾਮ ਤੇ ਕ੍ਰੋਧ ਇਹ ਬੱਜਰ ਭਾਰ ਹੈ ਅਤੇ ਜ਼ਹਿਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਭਗਤ ਸਾਹਿਬਾਨਾਂ ਦਾ ਬੜਾ ਪਿਆਰਾ ਪਾਵਨ ਬਚਨ ਹੈ। ਉਹਦੇ 'ਚ ਉਹਨਾਂ ਨੇ ਗੱਲ ਕੀਤੀ ਹੈ ਵੀ ਬੰਦੇ ਦੇ ਵਿੱਚ 5 ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਔਰ ਗੁਰਬਾਣੀ 'ਚ ਇਹਨਾਂ ਦਾ ਜ਼ਿਕਰ ਵੀ ਬਹੁਤ ਵਾਰ ਆਇਆ ਹੈ। ਕਿਤੇ ਸਤਿਗੁਰੂ ਕਹਿੰਦੇ ਨੇ ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਸ਼੍ਰੀ ਰਾਮ ਨਾਮਾ ਉਚਰ ਮਨਾ, ਆਗੈ ਜਮ ਦਲ ਬਿਖਮ ਕਣਾ। ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਵੀ ਅਵਰ ਪੰਚ ਹਮ ਏਕ ਜਨਾ। ਵਿਕਾਰ 5 ਨੇ ਪਰ ਇਹ ਜੀਵ ਆਤਮਾ ਇਕੱਲਾ। ਕਿਉਂ ਰਾਖੋਂ ਘਰ ਬਾਰ ਮਨਾ, ਪਰ ਮੈਂ ਆਪਣੇ ਇਸ ਤਨ ਨੂੰ, ਆਪਣੇ ਮਨ ਨੂੰ ਮੈਂ ਕਿਵੇਂ ਬਚਾ ਕੇ ਰੱਖਾਂ। ਔਰ ਮਾਰੈ ਲੂਟੈ ਨੀਤ ਨੀਤ, ਇਹ 5 ਵਿਕਾਰ ਲੁੱਟ ਵੀ ਰਹੇ ਨੇ ਔਰ ਮਾਰ ਵੀ ਰਹੇ ਨੇ। ਕਿਸ ਆਗੈ ਕਰੀ ਪੁਕਾਰ ਜਨਾ, ਸ਼੍ਰੀ ਰਾਮ ਨਾਮਾ ਉਚਰ ਮਨਾ। ਆਗੈ ਜਮ ਦਲ ਬਿਖਮ ਕਣਾ। ਹਜ਼ੂਰ ਕਹਿੰਦੇ ਵੀ ਅਸਲ ਦੇ ਵਿੱਚ ਸੂਰਮਾ ਉਹ ਹੈ ਜਿਨਨੇ ਇਹਨਾਂ 5 ਵਿਕਾਰਾਂ ਨੂੰ ਜਿੱਤ ਲਿਆ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ। ਜਿਨਨੇ 5 ਨੂੰ ਜਿੱਤ ਲਿਆ, ਜਿਨਨੇ 5 ਤੇ ਵਿਕਾਰਾਂ ਤੇ ਜਿੱਤ ਪ੍ਰਾਪਤ ਕਰ ਲਈ, ਅਸਲ ਵਿੱਚ ਉਹ ਹਜ਼ੂਰ ਕਹਿੰਦੇ ਸੂਰਮਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਗਤ ਸਾਹਿਬਾਨ ਕਹਿੰਦੇ ਵੀ ਇਹ ਇੱਕ ਇੱਕ ਵਿਕਾਰ ਇੱਕ ਇੱਕ ਜੀਵ ਦੇ ਵਿੱਚ ਹੈ ਤੇ ਉਹਨਾਂ ਜੀਵਾਂ ਦੀ ਜ਼ਿੰਦਗੀ ਇੱਕ ਇੱਕ ਵਿਕਾਰ ਖਤਮ ਕਰ ਦਿੰਦਾ ਹੈ। ਉਹਨਾਂ ਨੂੰ ਇੱਕ ਰੋਗ ਕਹਿ ਲਓ ਜਾਂ ਦੁੱਖ ਕਹਿ ਲਓ ਜਾਂ ਵਿਕਾਰ, ਇੱਕ ਇੱਕ ਰੋਗ ਉਹਨਾਂ ਨੂੰ ਖਤਮ ਕਰ ਦਿੰਦਾ। ਪਰ ਹਜ਼ੂਰ ਕਹਿੰਦੇ ਵੀ ਬੰਦੇ ਦੇ ਵਿੱਚ ਇਹ 5 ਨੇ ਔਰ ਇਸ ਮਨੁੱਖ ਦੀ ਬਚਨ ਦੀ ਫਿਰ ਆਸ ਕਿਵੇਂ ਰੱਖੀ ਜਾ ਸਕਦੀ ਹੈ। ਸਤਿਗੁਰੂ ਕਿਰਪਾ ਕਰਦੇ ਵੀ ਜਿਹੜਾ ਹਾਥੀ ਹੈ ਉਸ ਹਾਥੀ ਨੂੰ ਵੀ ਇੱਕ ਰੋਗ ਹੈ, ਹਿਰਨ ਨੂੰ ਵੀ ਇੱਕ ਰੋਗ ਹੈ, ਭੌਰੇ ਨੂੰ ਵੀ ਇੱਕ ਹੈ, ਪਤੰਗੇ ਨੂੰ ਵੀ ਇੱਕ ਹੈ। ਹੁਣ ਇੱਕ ਇੱਕ ਦੇ ਨਾਲ ਇਹਨਾਂ ਦਾ ਜਿਹੜਾ ਜੀਵਨ ਉਹ ਖਤਮ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਵਿਨਾਸ਼। ਪੰਚ ਦੋਖ ਅਸਾਧ ਜਾਮੈ, ਤਾਕੀ ਕੇਤਕ ਆਸ। ਹਜ਼ੂਰ ਕਹਿੰਦੇ ਮ੍ਰਿਗ, ਮ੍ਰਿਗ ਦਾ ਅਰਥ ਹੈ ਹਿਰਨ। ਜਦੋਂ ਹਿਰਨ ਨੂੰ ਪਕੜਨ ਵਾਲਾ ਉਹ ਫੜਨਾ ਚਾਹੁੰਦਾ ਹੈ ਜਾਂ ਕੋਈ ਸਰਕਸ ਵਾਲਾ
ਜਾਂ ਕੋਈ ਚਿੜੀਆ ਘਰ ਵਾਲਾ, ਪਰ ਉਸ ਹਿਰਨ ਨੂੰ ਫੜਨ ਦਾ ਇੱਕੋ ਇੱਕ ਤਰੀਕਾ ਹੈ। ਔਰ ਗੁਰਬਾਣੀ ਦੇ ਵਿੱਚ ਜਾਂ ਭਾਈ ਗੁਰਦਾਸ ਨੇ ਵੀ ਕਾਫੀ ਜ਼ਿਕਰ ਕੀਤਾ ਹੈ ਘੰਡੇ ਹੇੜੇ ਦੀ ਆਵਾਜ਼ ਦਾ, ਉਸ ਸਾਜ਼ ਦਾ, ਵੀ ਜਦੋਂ ਹਿਰਨ ਨੂੰ ਫੜਨਾ ਹੁੰਦਾ ਹੈ ਉਦੋਂ ਇੱਕ ਸਰਕਸ ਵਾਲਾ ਜਾਂ ਚਿੜੀਆ ਘਰ ਵਾਲਾ ਉਹ ਇੱਕ ਮਿੱਟੀ ਦੇ ਘੜੇ ਦੇ ਉੱਪਰ ਲਿਫਾਫਾ ਬੰਨ੍ਹ ਕੇ ਮੋਮੀ, ਔਰ ਉਹ ਆਪਣੇ ਵੱਲੋਂ ਇੱਕ ਦੇਸੀ ਜਿਹਾ ਸਾਜ਼ ਤਿਆਰ ਕਰਦਾ ਹੈ। ਉਸੇ ਹੀ ਮੋਮੀ ਲਿਫਾਫੇ ਦੇ ਉੱਪਰ ਉਹ ਇੱਕ ਧਾਗੇ ਦੀ ਤਾਰ ਦੇ ਨਾਲ ਬੰਨ੍ਹ ਕੇ ਔਰ ਉਹਦਾ ਸਾਜ਼ ਬਣਾ ਕੇ ਜਦੋਂ ਵਜਾਉਂਦਾ ਹੈ ਤੇ ਹਿਰਨ ਨੂੰ ਇਹ ਵੱਜਦੀ ਹੋਈ ਜਿਹੜੇ ਸਾਜ਼ ਦੀ ਆਵਾਜ਼ ਹੈ ਉਹ ਬਹੁਤ ਚੰਗੀ ਲੱਗਦੀ ਹੈ। ਹਿਰਨ ਇੰਨਾ ਕੁ ਉਸ ਆਵਾਜ਼ ਦੇ ਵਿੱਚ ਮਸਤ ਹੋ ਜਾਂਦਾ, ਜਿੱਧਰੋਂ ਆਵਾਜ਼ ਆਉਂਦੀ ਹੈ ਉਧਰ ਨੂੰ ਤੁਰ ਪੈਂਦਾ ਹੈ। ਔਰ ਹੁੰਦਾ ਕੀ ਹੈ ਵੀ ਬਿਲਕੁਲ ਜਦੋਂ ਉਸ ਆਉਂਦੀ ਹੋਈ ਆਵਾਜ਼ ਦੇ ਨੇੜੇ ਪਹੁੰਚ ਜਾਂਦਾ ਹੈ ਤੇ ਉਹ ਆਪਣਾ ਆਪ ਵੀ ਭੁਲਾ ਦਿੰਦਾ ਹੈ ਤੇ ਉਹ ਚੰਚਲ ਜਾਨਵਰ ਫੜਿਆ ਜਾਂਦਾ ਹੈ। ਹਿਰਨ ਨੂੰ ਇੱਕ ਰੋਗ ਹੈ ਤੇ ਉਹਦੇ ਇੱਕ ਰੋਗ ਨੇ ਉਹਦੀ ਸਾਰੀ ਜ਼ਿੰਦਗੀ ਗੁਲਾਮ ਬਣਾ ਦਿੱਤੀ, ਅਧੀਨ ਹੋ ਗਿਆ ਉਹ ਕਿਸੇ ਦੇ। ਆਜ਼ਾਦ ਰਹਿਣ ਵਾਲਾ ਜਾਨਵਰ। ਮਿਰਗ ਨੂੰ ਇੱਕ ਰੋਗ ਹੈ ਕੇਵਲ ਸੁਣਨ ਦਾ, ਘੰਡੇ ਹੇੜੇ ਦੀ ਆਵਾਜ਼ ਸੁਣਨ ਦਾ, ਪਰ ਉਹਨੇ ਉਹਦੀ ਆਜ਼ਾਦੀ ਗੁਲਾਮੀ ਦੇ ਵਿੱਚ ਬਦਲ ਦਿੱਤੀ। ਉਹ ਕਿਸੇ ਦੇ ਅਧੀਨ ਹੋ ਗਿਆ ਔਰ ਜ਼ਿੰਦਗੀ ਬਰਬਾਦ ਹੋ ਗਈ। ਹਜ਼ੂਰ ਕਹਿੰਦੇ ਮ੍ਰਿਗ, ਫਿਰ ਕਹਿੰਦੇ ਮੀਨ, ਮੱਛੀ। ਮੱਛੀ ਦਾ ਜਿਹੜਾ ਜੀਵਨ ਦਾ ਆਧਾਰ ਹੈ ਉਹ ਕੇਵਲ ਪਾਣੀ ਹੈ। ਮੱਛੀ ਨੂੰ ਕੋਈ ਲੱਖਾਂ ਲਾਲਚ ਦੇਵੇ, ਧਨ ਦਾ, ਪਦਾਰਥਾਂ ਦਾ, ਹੋਰ ਖਾਣ ਪੀਣ ਦਾ, ਇਹ ਆਖੇ ਵੀ ਮੱਛੀ ਮੈਂ ਤੈਨੂੰ ਦੁਨੀਆ ਦੇ ਸਾਰੇ ਸੁੱਖ ਦੇ ਦਿਆਂਗਾ, ਪਰ ਤੂੰ ਪਾਣੀ ਦੇ ਨਾਲੋਂ ਪ੍ਰੀਤ ਛੱਡ ਦੇ। ਕਦੀ ਇੱਦਾਂ ਨਹੀਂ ਹੋ ਸਕਦਾ। ਪਾਣੀ ਦੇ ਨਾਲੋਂ ਮੱਛੀ ਵਿਛੜੇਗੀ ਤੇ ਉਹਦੀ ਮੌਤ ਹੋ ਜਾਏਗੀ। ਇਸੇ ਕਰਕੇ ਸਤਿਗੁਰੂ ਨੇ ਜਦੋਂ ਵਾਰ-ਵਾਰ ਜ਼ਿਕਰ ਕੀਤਾ ਹੈ ਔਰ ਬੰਦੇ ਨੂੰ ਵੀ ਆਖਿਆ ਵੀ ਤੂੰ ਉਸ ਮਾਲਕ ਨੂੰ ਚੇਤਾ ਕਿਵੇਂ ਕਰਨਾ ਹੈ। ਹਜ਼ੂਰ ਕਹਿੰਦੇ ਇਸ ਤਰ੍ਹਾਂ ਤੇਰੀ ਪ੍ਰੀਤ ਰੱਬ ਨਾਲ ਹੋਵੇ ਜਿਵੇਂ ਇੱਕ ਮੱਛੀ ਦੀ ਪਾਣੀ ਨਾਲ ਹੈ। ਮੱਛੀ ਨੂੰ ਕੋਈ ਆਖੇ ਤੈਨੂੰ ਦੁਨੀਆ ਦੇ ਸੁੱਖ ਦੇ ਦਿਆਂਗਾ, ਪਰ ਤੂੰ ਪਾਣੀ ਦੇ ਨਾਲੋਂ ਪ੍ਰੀਤ ਛੱਡ ਦਿਓ, ਆਖੇਗੀ ਨਹੀਂ ਸੱਜਣਾ, ਮੇਰੇ ਤੇ ਜੀਵਨ ਦਾ ਆਧਾਰ ਹੀ ਪਾਣੀ ਹੈ। ਮੈਂ ਪਾਣੀ ਤੋਂ ਵਿਛੜ ਗਈ ਤੇ ਮੇਰੀ ਮੌਤ ਹੈ। ਇਸ ਕਰਕੇ ਹਜ਼ੂਰ ਨੇ ਆਖਿਆ ਵੀ ਸਿੱਖਾ ਤੇਰੀ ਪ੍ਰੀਤ ਵੀ ਬਾਣੀ ਨਾਲ ਹੋਵੇ, ਜਿਵੇਂ ਮੱਛੀ ਦੀ ਪਾਣੀ ਨਾਲ ਹੈ ਤੇਰੀ ਬਾਣੀ ਨਾਲ। ਮੱਛੀ ਪਾਣੀ ਤੋਂ ਵਿਛੜ ਜਾਏ ਉਹਦੀ ਮੌਤ ਹੋ ਜਾਂਦੀ, ਤੂੰ ਬਾਣੀ ਤੋਂ ਵਿਛੜ ਜਾਵੇਂ ਤੇ ਤੇਰੀ ਵੀ ਮੌਤ ਹੋ ਜਾਏ। ਮੱਛੀ ਨੂੰ ਕੋਈ ਆਖੇ ਦੁਨੀਆ ਦੇ ਸਾਰੇ ਸੁੱਖ ਦੇ ਦਿਆਂਗਾ, ਪਾਣੀ ਛੱਡ ਦੇ, ਉਹ ਪ੍ਰਵਾਨ ਨਹੀਂ ਕਰਦੀ ਵੀ ਮੇਰੀ ਜ਼ਿੰਦਗੀ ਦਾ ਆਧਾਰ ਹੀ ਪਾਣੀ ਹੈ। ਤੈਨੂੰ ਕੋਈ ਆਖੇ ਮੈਂ ਦੁਨੀਆ ਦੇ ਸੁੱਖ ਦੇ ਦਿਆਂਗਾ, ਪਰ ਤੂੰ ਆਖ ਨਹੀਂ ਮੇਰੀ ਜ਼ਿੰਦਗੀ ਦਾ ਆਧਾਰ ਬਾਣੀ ਹੈ। ਇਸ ਕਰਕੇ ਹਜ਼ੂਰ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹੇ ਵਿਦ ਜਲ ਕਉ ਮੀਨ। ਉਦਾਹਰਨ ਸਤਿਗੁਰੂ ਨੇ ਮੱਛੀ ਦੀ ਦਿੱਤੀ ਹੈ ਬੰਦੇ ਨੂੰ, ਉਦਾਹਰਨ ਸਤਿਗੁਰੂ ਨੇ ਕੁੱਤੇ ਦੀ ਦਿੱਤੀ ਹੈ ਮਨੁੱਖ ਨੂੰ, ਉਦਾਹਰਨ ਸਤਿਗੁਰੂ ਨੇ ਸੂਰ ਦੀ ਦਿੱਤੀ ਹੈ ਮਨੁੱਖ ਨੂੰ, ਉਦਾਹਰਨ ਹਾਥੀ ਦੀ ਦਿੱਤੀ ਹੈ, ਪਤੰਗੇ ਦੀ ਦਿੱਤੀ ਹੈ, ਭੌਰੇ ਦੀ ਦਿੱਤੀ ਹੈ, ਹਿਰਨ ਦੀ ਦਿੱਤੀ ਹੈ ਸਮਝਾਉਣ ਵਾਸਤੇ। ਹੈ 84 ਦਾ ਰਾਜਾ ਹੈ, ਮਨੁੱਖ ਨੂੰ ਵਡਿਆਈ ਮਿਲੀ ਹੈ, ਸ੍ਰੇਸ਼ਟ ਜੂਨੀ ਹੈ, ਪਰ ਇਸ ਰਾਜੇ ਨੂੰ, ਮਨੁੱਖ ਨੂੰ ਸਤਿਗੁਰੂ ਨੇ ਸਮਝਾਇਆ ਕੁੱਤਿਆਂ, ਕਾਵਾਂ, ਬਗਲਿਆਂ, ਹੰਸਾਂ,
ਕੀੜਿਆਂ ਪਤੰਗਿਆਂ ਪਸ਼ੂਆਂ ਪੰਛੀਆਂ ਦੀਆਂ ਉਦਾਹਰਨਾਂ ਦੇ ਦੇ ਕੇ ਹੁਣ ਹਜ਼ੂਰ ਕਹਿੰਦੇ ਵੀ ਤੂੰ ਚੇਤੇ ਕਰਨਾ ਹੈ ਵੀ ਮੱਛੀ ਦੀ ਤਰ੍ਹਾਂ, ਜਿਵੇਂ ਮੱਛੀ ਦੀ ਪਾਣੀ ਨਾਲ ਪ੍ਰੀਤ ਤੇਰੀ ਬਾਣੀ ਨਾਲ ਹੋਵੇ। ਇਸ ਕਰਕੇ ਹਜ਼ੂਰ ਕਹਿੰਦੇ ਮ੍ਰਿਗ ਮੀਨ, ਮੀਨ ਦਾ ਅਰਥ ਹੈ ਮੱਛੀ, ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਬਹੁਤ ਹੈ, ਪਰ ਜਦੋਂ ਮੱਛੀ ਨੂੰ ਫੜਿਆ ਜਾਂਦਾ ਹੈ ਉਦੋਂ ਇੱਕ ਫੜਨ ਵਾਲਾ ਉਹ ਇੱਕ ਲੋਹੇ ਦੀ ਕੁੰਡੀ ਤੇ ਅਨਾਜ ਦਾ ਟੁਕੜਾ ਲਾ ਕੇ ਕੁੰਡੀ ਨੂੰ ਇੱਕ ਬਰੀਕ ਧਾਗਾ ਬੰਨ੍ਹ ਕੇ ਜਦੋਂ ਕਿਸੇ ਨਦੀ ਜਾਂ ਸਰੋਵਰ ਤਲਾਬ ਵਿੱਚ ਸੁੱਟਦਾ ਤੇ ਉਹ ਮੱਛੀ ਆਪਣਾ ਮੂੰਹ ਖੋਲ ਕੇ ਜਦੋਂ ਅਨਾਜ ਦੇ ਟੁਕੜੇ ਨੂੰ ਫੜਨ ਲੱਗਦੀ ਹੈ ਤੇ ਉਹ ਲੋਹੇ ਦੀ ਕੁੰਡੀ ਉਹਦੇ ਸੰਗ ਵਿੱਚ ਫਸ ਜਾਂਦੀ ਹੈ ਤੇ ਇੱਕ ਜ਼ੁਬਾਨ ਦਾ ਜਿਹੜਾ ਚਸਕਾ ਹੈ ਉਹ ਉਸ ਮੱਛੀ ਦੀ ਜਾਨ ਦੇ ਵਾਸਤੇ ਖਤਰਾ ਬਣ ਜਾਂਦਾ ਹੈ। ਇਹ ਇੱਕ ਰੋਗ ਹੈ ਮੱਛੀ ਨੂੰ। ਹਜ਼ੂਰ ਬਖਸ਼ਿਸ਼ ਕਰਦੇ ਮ੍ਰਿਗ ਮੀਨ ਔਰ ਮੱਛੀ ਦੀ ਪ੍ਰੀਤ ਸਤਿਗੁਰੂ ਕਹਿੰਦੇ ਫਿਰ ਵੀ ਬਹੁਤ ਹੈ ਪਾਣੀ ਨਾਲ। ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ। ਕਹਿੰਦੇ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ, ਪਰ ਉਹਨੂੰ ਕੱਟਿਆ ਗਿਆ, ਉਹਨੇ ਫਿਰ ਵੀ ਪਾਣੀ ਮੰਗਿਆ, ਉਹਦਾ ਮਾਸ ਕੱਟ ਕੇ ਟੁਕੜੇ ਕਰਕੇ ਬਣਾਇਆ ਗਿਆ, ਫਿਰ ਵੀ ਪਾਣੀ ਦੀ ਲੋੜ ਪਈ ਔਰ ਖਾਣ ਵਾਲੇ ਨੇ ਖਾ ਲਿਆ ਉਹਦਾ ਮਾਸ ਔਰ ਫਿਰ ਵੀ ਉਹ ਕਹਿੰਦਾ ਵੀ ਮੈਨੂੰ ਪੀਣ ਵਾਸਤੇ ਪਾਣੀ ਚਾਹੀਦਾ ਹੈ। ਬਾਣੀਕਾਰ ਕਹਿੰਦੇ ਵੀ ਉਹਦੀ ਪ੍ਰੀਤ ਬੜੀ, ਉਹਦਾ ਪਿਆਰ ਬੜਾ ਹੈ ਪਾਣੀ ਦੇ ਨਾਲ। ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦ ਕੀਓ ਬਹੁਬਾਨੀ ਖੰਡ ਖੰਡ ਕਰ ਭੋਜਨ ਕੀਨੋ। ਟੁਕੜੇ ਟੁਕੜੇ ਕਰਕੇ ਖਾਣ ਵਾਲੇ ਨੇ ਖਾ ਵੀ ਲਿਆ, ਪਰ ਤਉ ਨਾ ਬਿਸਰਿਓ ਪਾਣੀ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਵੀ ਮੱਛੀ ਦੀ ਪ੍ਰੀਤ ਬਹੁਤ ਹੈ ਪਾਣੀ ਨਾਲ, ਪਰ ਇੱਕ ਚਸਕਾ ਉਹਨੂੰ ਵੀ ਹੈ ਜਿਹੜਾ ਉਹਦੀ ਮੌਤ ਦਾ ਕਾਰਨ ਬਣ ਜਾਂਦਾ ਹੈ। ਮ੍ਰਿਗ ਮੀਨ ਭਰਿੰਗ ਭੌਰਾ, ਭੌਰਾ ਪਿਆਰ ਬਹੁਤ ਕਰਦਾ ਫੁੱਲ ਨਾਲ, ਬੜੀ ਦੂਰੋਂ ਚੱਲ ਕੇ ਆਉਂਦਾ ਹੈ, ਫੁੱਲ ਤੇ ਬੈਠ ਜਾਂਦਾ ਹੈ ਔਰ ਉਹਦੀ ਫੁੱਲ ਦੀ ਸੁਗੰਧੀ ਮੁਕਰੰਦ ਰਸ ਵਿੱਚ ਇੰਨਾ ਮਸਤ ਹੋ ਜਾਂਦਾ ਹੈ ਵੀ ਉਹ ਉੱਡਣਾ ਵੀ ਭੁੱਲ ਜਾਂਦਾ ਹੈ। ਜਦੋਂ ਸ਼ਾਮਾਂ ਪੈਂਦੀਆਂ ਸੂਰਜ ਡੁੱਬ ਜਾਂਦਾ ਹੈ ਤੇ ਉਦੋਂ ਜਿਹੜਾ ਕਮਲ ਦਾ ਫੁੱਲ ਹੈ ਉਹ ਆਪਣੇ ਖਿੜੀਆਂ ਹੋਈਆਂ ਪੱਤੀਆਂ ਨੂੰ, ਪੰਖੜੀਆਂ ਨੂੰ ਦੁਬਾਰਾ ਆਪਣੇ ਵਿੱਚ ਸਮੇਟਦਾ ਹੈ ਤੇ ਵਿੱਚ ਬੈਠਾ ਭੌਰਾ ਆਪਣੀ ਮੌਤ ਵੀ ਭੁੱਲ ਜਾਂਦਾ ਹੈ, ਉੱਡਣਾ ਵੀ ਭੁੱਲ ਜਾਂਦਾ ਹੈ ਤੇ ਉਹ ਫੁੱਲ ਉਹਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ ਤੇ ਉਹ ਰਾਤੋਂ ਰਾਤ ਵਿੱਚੇ ਹੀ ਮਰ ਜਾਂਦਾ ਹੈ ਤੇ ਉਹਦੀ ਮੌਤ ਹੋ ਜਾਂਦੀ ਹੈ। ਇੱਕ ਰੋਗ ਸਤਿਗੁਰੂ ਕਹਿੰਦੇ ਭੌਰੇ ਨੂੰ ਹੈ, ਇੱਕ ਪਤੰਗੇ ਨੂੰ ਹੈ ਵੀ ਦੀਵਾ ਬਲਦਾ ਹੋਵੇ, ਬਲਬ ਜਗਦਾ ਹੋਵੇ, ਚਾਨਣ ਦੇ ਆਲੇ ਦੁਆਲੇ ਜਿਹੜਾ ਪਤੰਗਾ ਉਹ ਬੜੀ ਦੂਰੋਂ ਆਉਂਦਾ ਹੈ, ਪਰ ਉਹਦੇ ਤੇ ਉਹ ਆ ਕੇ ਆਪਣੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੰਦਾ, ਇੱਧਰ ਦਾ ਉੱਧਰ, ਉੱਧਰ ਦਾ ਇੱਧਰ। ਹੁੰਦਾ ਕੀ ਹੈ ਵੀ ਪਤੰਗਾ ਜਿਸ ਚਾਨਣ ਦੀਵੇ ਦੀ ਲਾਟ ਨੂੰ ਦੇਖ ਕੇ ਆਇਆ, ਉਹ ਕਈ ਵਾਰੀ ਉਹੀ ਪਤੰਗਾ ਜਦੋਂ ਉੱਡਦਾ ਦੀਵੇ ਦੀ ਲਾਟ ਵਿੱਚ ਵੱਜਦਾ ਤੇ ਉਹਦੇ ਖੰਭ ਖੁੰਭ ਸੜ ਜਾਂਦੇ ਨੇ। ਕਈ ਵਾਰੀ ਉਸ ਦੀਵੇ ਦੀ ਅੱਗ ਦੇ ਨਾਲ ਹੀ ਉਹਦੀ ਮੌਤ